ਸੀਗਾ ਉਹ ਵਿਗੜਿਆ ਰਿਹਾ, ਭਾਵ ਕਿ ਉਹ ਬਹੁਤ ਗੁੱਸੇ ਵਿੱਚ ਸੀਗੀ। ਉਹਦਾ ਬੰਬ ਬਹਾਦਰ ਦੇ ਰੌਂ ਵਿੱਚ ਕੋਈ ਚਾਅ ਸੀ। ਜੋ ਬੰਬ ਬਹਾਦਰ ਦਾ ਜਿਹੜਾ ਸੁਭਾਅ ਸੀ ਉਹਦੇ ਵਿੱਚ ਕੁਛ ਚਾਅ ਆ ਗਿਆ ਸੀ। ਜਿਹੜੀ ਮਾਤਾ ਦੀਨ ਸੀ ਉਹ ਬਹੁਤ ਗੁੱਸੇ ਵਿੱਚ ਸੀ। ਇੱਕ ਵਾਰੀ ਮਾਤਾ ਦੀਨ ਨੂੰ ਗਹਿਰੀ ਅੱਖ ਨਾਲ ਵੇਖਿਆ, ਪਰ ਸ਼ਾਮੀ ਜਦ ਮਾਤਾ ਦੀਨ ਨੇ ਉਹਦੇ ਰਤਬ ਵਿੱਚੋਂ ਉਨੀ ਕੁ ਮਿਕਦਾਰ ਹੋਰ ਘਟਾ ਲਈ ਜਿੰਨੇ ਕੁ ਲੱਡੂ ਮਹਾਰਾਣੀ ਖੁਆ ਗਈ ਸੀ ਤਾਂ ਮਣਾ ਮੂੰਹ ਹੀ ਉਸਨੂੰ ਗੁੱਸਾ ਚੜ੍ਹ ਗਿਆ। ਉਸਨੇ ਰਾਤ ਨੂੰ ਮੂੰਹ ਤੱਕ ਨਾ ਲਾਇਆ ਉਸਨੇ ਰਾਤਬ ਨੂੰ ਮੂੰਹ ਤੱਕ ਨਾ ਲਾਇਆ, ਭਾਵ ਕਿ ਉਸਨੇ ਖਾਣੇ ਵਿੱਚੋਂ ਚੋਰੀ ਕਰ ਲਈ ਸੀ, ਕਿਉਂਕਿ ਮਹਾਰਾਣੀ ਨੇ ਉਸਨੂੰ ਲੱਡੂ ਖਵਾ ਦਿੱਤੇ ਸਨ ਅਤੇ ਬੰਬ ਨੂੰ ਬਹੁਤ ਗੁੱਸਾ ਆਇਆ। ਦੂਜੇ ਦਿਨ ਮਾਤਾ ਦੀਨ ਨੂੰ ਫਿਕਰ ਪੈ ਗਿਆ ਕਿ ਉਸਨੇ ਬੰਬ ਦਾ ਰਾਤ ਦਾ ਖਾਣਾ ਪੂਰਾ ਨਹੀਂ ਕੀਤਾ। ਮਹਾਰਾਣੀ ਬਿਨਾਂ ਨਾਂਗੇ ਹਰ 7ਵੇਂ ਦਿਨ ਹਾਥੀਖਾਨੇ ਆਉਂਦੀ ਰਹੀ ਅਤੇ ਜਿਹੜਾ ਅਨੋਖਾ ਚਾਅ ਬੰਬ ਉਹਦੀ ਹਾਜ਼ਰੀ ਵਿੱਚ ਦੱਸਦਾ, ਉਹਨੂੰ ਕਦਰ ਮਹਾਰਾਣੀ ਦੇ ਦਿਲ ਵਿੱਚ ਹਮੇਸ਼ਾ ਵੱਧਦੀ ਗਈ। ਉਹਨੂੰ ਬੜਾ ਚੰਗਾ ਲੱਗਣ ਲੱਗ ਪਿਆ। ਤਾਕਤ ਦਾ ਇੱਕ ਪਹਾੜ 7 ਦਿਨ ਉਹਦੀ ਨਿਗਾਹ ਨਿੱਕੀ ਜਿਹੀ ਜਿੰਦ ਦਾ ਰਾਹ ਤੱਕਦਾ ਰਹਿੰਦਾ ਸੀ ਅਤੇ ਜਦ ਇਹ ਨਿੱਕੀ ਜਿਹੀ ਜਿੰਦ, ਜਿਹਨੂੰ ਉਹ ਸੁੰਡ ਦੇ ਮਲਕੜੇ ਜਿਹੇ ਝਟਕੇ ਤੋੜ ਕੇ ਟੋਟੇ ਕਰ ਦਿੰਦਾ ਸੀ, ਉਹ ਸਾਹਮਣੇ ਆਉਂਦੀ, ਇਹ ਸ਼ਕਤੀ ਪਰਬਤ ਸਾਰੇ ਦਾ ਸਾਰਾ ਧੜਕਣ ਲੱਗ ਪੈਂਦਾ। ਉਹਦਾ ਸਾਰੇ ਦਾ ਸਾਰਾ ਜਿਹੜਾ ਸਰੀਰ ਸੀ ਉਹ ਧੜਕਣ ਲੱਗ ਪੈਂਦਾ। ਉਹਦੇ ਪੈਰਾਂ ਨੂੰ ਛੂੰਹਦੀ ਮਹਾਰਾਣੀ ਦੇ ਦਿਲ ਵਿੱਚ ਇਸ ਹੈਵਾਨੀ ਪਿਆਰ ਦਾ ਫਖਰ ਵੱਧਦਾ ਗਿਆ। ਮਜ਼ਬੂਤ ਬੰਬ ਨੂੰ ਇੱਧਰ ਘਸਰ ਨਾਲ ਚਕਨਾਚੂਰ ਕਰ ਸਕਣ ਵਾਲਾ ਬੰਬ ਉਹਦੇ ਸਾਹਮਣੇ ਬਾਲ ਬਣ ਜਾਂਦਾ ਸੀ। ਬਾਲਾਂ ਵਾਂਗ ਉਹਦੇ ਮੂੰਹ ਵਿੱਚੋਂ ਰਾਲਾਂ ਵਗਦੀਆਂ। ਬਾਲਾਂ ਵਾਂਗ ਉਹ ਆਪਣੇ ਸਨੇਹੀ ਦੇ ਹੱਥ ਚੁੰਮਦਾ ਅਤੇ ਫੜਦਾ ਅਤੇ ਸਰੀਰ ਨਾਲ ਚਿੰਬੜਨਾ ਚਾਹੁੰਦਾ ਸੀ। ਜਦੋਂ ਇੱਕ ਇੱਕ ਕਰਕੇ ਉਹ ਲੱਡੂ ਜਾਂ ਪਰੌਂਠੇ ਬੰਬ ਦੇ ਮੂੰਹ ਵਿੱਚ ਪਾਉਂਦੀ ਤਾਂ ਬੰਬ ਆਪਣੀ ਸੁੰਡ ਉਹਦੇ ਦੁਆਲੇ ਪਾ ਖੜੀ ਖੜੋਤੀ ਨੂੰ ਚੁੱਕ ਕੇ ਆਪਣੇ ਮੱਥੇ 'ਤੇ ਧਰ ਲੈਂਦਾ ਸੀ। ਜਦੋਂ ਕਿਸੇ ਮਾਂ ਨੇ ਆਪਣੇ ਮਹਾਰਾਣੀ ਬੰਬ ਦੇ ਸੰਗਲ ਖੁਲਾ ਦਿੰਦੀ ਅਤੇ ਜਿਵੇਂ ਕੋਈ ਮਸਤਿਆ ਢੋਲਚੀ ਕਿਸੇ ਰੱਜੇ ਪੁੱਜੇ ਜਜਮਾਨ ਦੇ ਬੱਚੇ ਨੂੰ ਚੁੱਕ ਕੇ ਫੰਮਣੀਆਂ ਵਿੱਚ ਲੈ ਲੈਂਦਾ, ਉਵੇਂ ਹੀ ਬੰਬ ਸਾਰੇ ਹਾਥੀਖਾਨੇ ਵਿੱਚ ਵਿਗਸਿਆ ਫਿਰਦਾ ਅਤੇ ਉੱਤੇ ਬੈਠੀ ਮਹਾਰਾਣੀ ਦਾ ਖੇੜਾ ਵੇਖਦਿਆਂ ਦਿਲਾਂ ਵਿੱਚੋਂ ਈਰਖਾ ਦੀ ਤਰਾਂਟ ਲੰਘ ਜਾਂਦੀ, ਭਾਵ ਕਿ ਲਾਟ ਲੰਘ ਜਾਂਦੀ। ਥਾਨ ਉੱਤੇ ਮੁੜ ਕੇ ਉਹ ਪਹਿਲਾਂ ਸੁੰਡ ਨਾਲ ਸਲਾਮੀ ਦਿੰਦਾ, ਫਿਰ ਸੁੰਡ ਮਹਾਰਾਣੀ ਵੱਲ ਖੜਦਾ। ਮਹਾਰਾਣੀ ਹੱਥਾਂ ਨਾਲ ਉਸਨੂੰ ਪਲੋਸਦੀ ਅਤੇ ਫਿਰ ਉਹ ਸੁੰਡ ਮਹਾਰਾਣੀ ਦੀ ਕਮਰ ਦੁਆਲੇ ਲਿਪਟ ਜਾਂਦੀ ਅਤੇ ਦੂਜੇ ਪਲ ਮਹਾਰਾਣੀ ਭੁੰਜੇ ਖੜੋਤੀ ਹੁੰਦੀ। ਉਹਦੀ ਸਾੜੀ ਵਿੱਚ ਵੱਟ ਤੱਕ ਨਾ ਪਿਆ ਹੁੰਦਾ। ਮਹਾਰਾਜ ਦਾ ਰੁਝੇਵਾਂ ਹੋਰ ਵੱਧਦਾ ਗਿਆ। ਉਹ ਨਾ ਸਿਰਫ ਹਾਥੀਖਾਨੇ ਹੀ ਆ ਸਕਿਆ, ਉਹਨਾਂ ਦਾ ਮਹਿਲਾਂ ਵਿੱਚ ਆਉਣਾ ਹੀ ਘਟ ਗਿਆ। ਮਹਾਰਾਣੀ ਨੇ ਹਫ਼ਤੇ ਵਿੱਚ 2 ਵਾਰੀ ਹਾਥੀਖਾਨੇ ਜਾਣਾ ਸ਼ੁਰੂ ਕਰ ਦਿੱਤਾ। ਇਹ 2 ਦਿਨ ਹੀ ਨਹੀਂ, ਸਗੋਂ ਸਾਰਾ ਹਫ਼ਤਾ ਉਹਦਾ ਚਾਅ ਨਾਲ ਭਰਿਆ ਰਹਿਣ ਲੱਗ ਪਿਆ। ਇੱਕ ਦਿਨ ਪਹਿਲਾਂ ਉਹ ਆਪਣੀ ਨਿਗਰਾਨੀ ਵਿੱਚ ਵਟਾ ਕੇ ਚੀਜ਼ਾਂ ਤਿਆਰ ਕਰਦੀ, ਦੂਜੇ ਦਿਨ ਉਹ ਆਪਣੇ ਹਾਥੀ ਨੂੰ ਖਵਾਉਂਦੀ ਅਤੇ ਤੀਜੇ ਦਿਨ ਉਹ ਐਵੇਂ ਵੱਡੇ ਹੈਵਾਨ ਦੀ ਇਨਸਾਨ ਨਾਲੋਂ ਵੀ ਕੋਮਲ ਮੁਹੱਬਤ ਨੂੰ ਯਾਦ ਕਰਦੀ ਰਹਿੰਦੀ। ਪਰ ਦੂਜੇ ਪਾਸੇ ਆਪਣੇ ਮੌਤ ਨਾਲ ਬੰਬ ਦੀ ਨਫ਼ਰਤ ਉਨੀ ਹੀ ਵੱਧਦੀ ਜਾ ਰਹੀ ਸੀ। ਮਾਤਾ ਦੀਨ ਨੇ ਮਹਾਰਾਜ ਕੋਲੋਂ ਜ਼ਮੀਨ ਬਖਸ਼ਿਸ਼ ਲੈ ਕੇ ਉਹਦੇ ਵਿੱਚ ਇੱਕ ਕੋਠੜੀ ਬਣਾਈ ਅਤੇ ਉਸਦੇ ਆਲੇ ਦੁਆਲੇ ਬਾਗ ਲਾਇਆ। ਹੁਣ ਉਹ ਹਾਥੀਖਾਨੇ ਦੇ ਰਾਤਬ ਵਿੱਚੋਂ ਬਹੁਤ ਚੋਰੀ ਕਰਨ ਲੱਗ ਪਿਆ ਅਤੇ ਜਿੰਨੀ ਕੁ ਚੀਜ਼ ਮਹਾਰਾਣੀ ਬੰਬ ਲਈ ਬਣਾ ਕੇ ਲਿਆਉਂਦੀ, ਉਨਾ ਕੁ ਕਾਪਾ ਉਹ ਹੋਰ ਪਾ ਲੈਂਦਾ, ਭਾਵ ਕਿ ਉਹਦੀ ਜਿਹੜੇ ਰਾਤਬ ਵਿੱਚੋਂ ਉਹਦੀ ਖੁਰਾਕ ਵਿੱਚੋਂ ਉਨਾ ਕਾਪਾ ਹੋਰ ਕੱਢ ਲੈਂਦਾ ਸੀ। ਕੱਲ੍ਹ ਦਾ ਬੰਬ ਬੜਾ ਗੁੱਸੇ ਸੀ। ਉਸ ਨਾ ਰਾਤਬ ਵੱਲ ਤੱਕਿਆ ਸੀ ਅਤੇ ਨਾ ਮਾਤਾ ਦੀਨ ਵੱਲ, ਜ਼ਿਕਰ ਉਹ ਆਪਣੇ ਆਪ ਨਾਲ ਕੋਈ ਘੋਲ ਕਰ ਰਿਹਾ ਸੀ। ਮਹਾਰਾਜ ਦੇ ਸ਼ਿਕਾਰ ਜਾਣ ਦਾ ਐਲਾਨ ਹੋਇਆ। ਹਮੇਸ਼ਾ ਬੰਬ ਉੱਤੇ ਚੜ੍ਹ ਕੇ ਹੀ ਉਹ ਸ਼ੇਰਾਂ ਦਾ ਸ਼ਿਕਾਰ ਕਰਦੇ ਸਨ। ਰੌਂ ਵਿੱਚ ਬੰਬ ਕੋਲੋਂ ਮਾਤਾ ਦੀਨ ਨੂੰ ਕੋਈ ਆਸ ਨਹੀਂ ਸੀ ਹੋ ਸਕਦੀ। ਉਸਨੇ ਬੰਬ ਨੂੰ 2 ਦਿਨਾਂ ਤੋਂ ਪਿਆਰ ਦੱਸਿਆ ਅਤੇ ਸ਼ਿਕਾਰ ਵਾਸਤੇ ਦੂਜਾ ਹਾਥੀ ਤਿਆਰ ਕਰ ਲਿਆ। ਹਾਥੀਖਾਨੇ ਦੇ ਨਾਲੋਂ ਹੀ ਮਹਾਰਾਜ ਦੀ ਸਵਾਰੀ ਜਿਹੜੀ ਲੰਘੀ, ਬੰਬ ਨੇ ਖੁੱਲ੍ਹੀਆਂ ਬਾਰੀਆਂ ਵਿੱਚੋਂ ਵੇਖਿਆ। ਵੇਖਦਿਆਂ ਹੀ ਉਹ ਇੱਕਦਮ ਦਹਾੜਿਆ, ਪਰ ਸ਼ਿਕਾਰੀ ਪਾਰਟੀ ਨੇ ਉਹਦੇ ਵੱਲ ਗਹੁ ਨਾ ਕੀਤਾ। ਬੰਬ ਖਾਮੋਸ਼ ਹੋ ਕੇ ਬਹਿ ਗਿਆ। ਸ਼ਿਕਾਰੀ ਪਾਰਟੀ ਨੂੰ ਤੱਕ ਕੇ ਮਾਤਾ ਦੀਨ ਨੇ ਆਪਣੇ ਬਾਰ ਵਿੱਚ ਕੰਮ ਕਰਨ ਲੱਗ ਪਈ। ਉਹਦੀ ਤਨਖਾਹ ਤਾਂ ਬਹੁਤੀ ਨਹੀਂ ਸੀ। ਚਿਰ ਤੋਂ ਸਾਰੇ ਆਂਦੇ ਸਨ ਕਿ ਕਹਿੰਦੇ ਸਨ ਉਹਦਾ ਹੱਥ ਸੁਖਾਲਾ ਹੋ ਗਿਆ ਹੈ। ਸਾਰਾ ਦਿਨ ਬੰਬ ਵਿਸ਼ ਘੋਲਦਾ ਰਹਿੰਦਾ, ਭਾਵ ਕਿ ਗੁੱਸੇ ਵਿੱਚ ਰਹਿੰਦਾ। ਉਹਨੇ ਅੱਜ ਵੀ ਕੁਝ ਨਾ ਖਾਧਾ। ਲੌਂਡੇ ਵੇਲੇ ਆਉਂਦੀਆਂ ਹਰਕਤਾਂ ਵਿੱਚ ਝੱਲ ਜਿਹਾ ਵੇਖ ਕੇ ਮੁਲਾਜ਼ਮਾਂ ਨੇ ਮਾਤਾ ਦੀਨ ਨੂੰ ਖਬਰ ਦਿੱਤੀ। ਮਾਤਾ ਦੀਨ ਨੇ ਆਉਂਦਿਆਂ ਹੀ ਬੰਬ ਨੂੰ ਝਿੜਕਿਆ। ਬੰਬ ਨੇ ਉਹਦੇ ਵੱਲ ਨਾ ਤੱਕਿਆ ਅਤੇ ਮੂੰਹ ਭੁਆ ਕੇ ਖੜ੍ਹ ਗਿਆ, ਜਿਵੇਂ ਉਹ ਮੌਕਾ ਤਾੜ ਰਿਹਾ ਸੀ। ਮਾਤਾ ਦੀਨ ਨੇ ਉਹਦੇ ਪੈਰਾਂ ਦੇ ਸੰਗਲ ਵੇਖੇ, ਮਜ਼ਬੂਤ ਸਨ। ਤਦ ਮਾਤਾ ਦੀਨ ਨੇ ਹੋਰ ਇੱਕ ਧਮਕੀ ਦਿੱਤੀ ਅਤੇ ਵੇਖਣਾ ਚਾਹਿਆ ਕਿ ਉਸਨੇ ਰਾਤਬ ਖਾਧਾ ਹੈ ਕਿ ਨਹੀਂ। ਉਸ ਵੇਲੇ ਬੰਬ ਦੀ ਸੁੰਡ ਬਿਜਲੀ ਦੀ ਲਿਸ਼ਕਾਰੇ ਵਾਂਗ ਝਟਕੀ ਅਤੇ ਸੁੰਡ ਦੀ ਥੱਕ ਨਾਲ ਮਾਤਾ ਦੀਨ ਨੂੰ ਉਸਨੇ ਪੈਰਾਂ ਵਿੱਚ ਸੁੱਟ ਲਿਆ ਅਤੇ ਸੱਜਾ ਪੈਰ ਉਹਦੀ ਛਾਤੀ 'ਤੇ ਰੱਖ ਕੇ ਉਹਨੂੰ ਇਉਂ ਮਲ ਸੁੱਟਿਆ ਜਿਉਂ ਕੋਈ ਖਟਮਲ ਨੂੰ ਮਲ ਦਿੰਦਾ। ਕਿਤੋਂ ਮਦਦ
ਪਹੁੰਚਣ ਦਾ ਸਮਾਂ ਨਹੀਂ ਸੀ। ਬੰਬ ਨੇ ਪੈਰਾਂ ਦਾ ਸੰਗਲ ਤੋੜ ਦਿੱਤਾ। ਮੁਲਾਜ਼ਮ ਘਬਰਾ ਕੇ ਹਾਥੀਖਾਨਾ ਛੱਡ ਗਏ। ਬੰਬ ਵੀ ਬਾਹਰ ਆਇਆ, ਸਿੱਧਾ ਮਾਤਾ ਦੀਨ ਦੇ ਬਾਗ ਵਿੱਚ ਜਾ ਵੜਿਆ। ਬਾਗ ਦੇ ਸਾਰੇ ਬੂਟੇ ਪੁੱਟ ਸੁੱਟੇ। ਸੋ ਬੱਚੇ ਉੱਥੇ ਸਭ ਕੁਝ ਉੱਗਿਆ ਹੋਇਆ ਸੀ ਜੋ ਉੱਥੇ ਉਹਨੇ ਸਭ ਰੋਲ ਦਿੱਤਾ। ਮਾਤਾ ਦੀਨ ਨੇ ਬਾਲ ਬੱਚੇ ਘਰ ਖਾਲੀ ਕਰਕੇ ਨੱਠ ਗਏ ਤਾਂ ਬੰਬ ਨੇ ਉਹਨਾਂ ਦੀ ਕੋਠੜੀ ਢਾਹ ਕੇ ਖੋਲਾ ਬਣਾ ਦਿੱਤਾ। ਭਾਵ ਕਿ ਉੱਥੇ ਸਾਰਾ ਕੁਛ ਸੀਗਾ ਜਿਹੜਾ ਉਹਨੇ ਢਾਹ ਦਿੱਤਾ। ਬੰਬ ਚੱਲਾ ਹੋ ਗਿਆ। ਖਬਰ ਮਹਾਰਾਣੀ ਕੋਲ ਪਹੁੰਚੀ। ਪੁਲਿਸ ਕਪਤਾਨ ਨੇ ਹਾਲ ਸੁਣਾ ਕੇ ਆਗਿਆ ਮੰਗੀ ਕਿ ਬੰਬ ਗੋਲੀ ਨਾਲ ਮਾਰ ਦਿੱਤਾ ਜਾਵੇ, ਨਹੀਂ ਤਾਂ ਉਹ ਕਈ ਜਾਨਾਂ ਦਾ ਨੁਕਸਾਨ ਕਰੇਗਾ। ਪਰ ਤੁਸੀਂ ਕਹਿੰਦੇ ਹੋ ਉਹਨੇ ਮਾਤਾ ਦੀਨ ਦੇ ਸਿਵਾ ਕਿਸੇ ਹੋਰ ਨੂੰ ਕੁਝ ਨਹੀਂ ਆਖਿਆ। ਮਹਾਰਾਣੀ ਨੇ ਸੋਚਣ ਦਾ ਵਕਤ ਲੈਣ ਲਈ ਪੁੱਛਿਆ, ਪਰ ਕਹਿੰਦੇ ਨੇ ਹੁਣ ਉਹ ਮਾਤਾ ਦੀਨ ਦੇ ਭਰਾ ਦੇ ਘਰ ਵੱਲ ਜਾ ਰਿਹਾ ਹੈ, ਉਸਨੇ ਬਿਲਕੁਲ ਨਹੀਂ ਛੱਡਣਾ। ਕਪਤਾਨ ਨੇ ਉੱਤਰ ਦਿੱਤਾ, ਇਹ ਉਹਦਾ ਭਰਾ ਕੀ ਕਰਦਾ ਹੈ? ਘੋੜਿਆਂ ਦੀ ਅਸਤਬਲ ਦਾ ਮੁਖੀ ਹੈ। ਇਹ ਵੀ ਜ਼ਰੂਰੀ ਮਾਤਾ ਦੀਨ ਜਿੱਡਾ ਹੀ ਚੋਰ ਹੋਵੇਗਾ। ਬੰਬ ਨੂੰ ਮਾਰਨ ਦੀ ਲੋੜ ਨਹੀਂ, ਤੁਸੀਂ ਮੈਨੂੰ ਇੱਕਦਮ ਉਹਦੇ ਰਾਹ ਵਿੱਚ ਪਹੁੰਚਾ ਦਿਓ। ਮਹਾਰਾਣੀ ਨੇ ਅੰਦਰ ਜਾ ਕੇ ਸਾੜੀ ਬੰਨ੍ਹ ਲਈ। ਭਾਵ ਉਹਨਾਂ ਨੇ ਉਹੀ ਸਾੜੀ ਬੰਨ੍ਹ ਲਈ ਜਿਹੜੀ ਉਹਨੇ ਬੰਬ ਨਾਲ ਪਹਿਲੀ ਮੁਲਾਕਾਤ ਵਿੱਚ ਬੰਨ੍ਹੀ ਸੀ। ਪਰ ਮਹਾਰਾਣੀ ਸਾਹਿਬ, ਇਹ ਤੁਹਾਡਾ ਬੜਾ ਖਤਰਨਾਕ ਕੰਮ ਹੈ। ਨਹੀਂ, ਤੁਸੀਂ ਉਸੇ ਤਰ੍ਹਾਂ ਕਰੋ ਜਿੱਦਾਂ ਮੈਂ ਕਹਿੰਦੀ ਹਾਂ। ਮੋਟਰ ਤਿਆਰ ਕਰੋ, ਜਿਹੜੀ ਇਹਤਿਆਤ ਤੁਸੀਂ ਲੋੜੀਂਦੀ ਸਮਝੋ ਉਹ ਤੁਸੀਂ ਖੁਦ ਕਰ ਲਵੋ। ਅੱਗੇ ਮਹਾਰਾਣੀ ਦੀ ਮੋਟਰ ਅਤੇ ਪਿੱਛੇ ਹਥਿਆਰਬੰਦ ਰਸਾਲਾ। ਦੂਰ ਸਾਰਿਓਂ ਬੰਬ ਦੌੜਿਆ ਆ ਰਿਹਾ ਸੀ। ਇੱਕ ਛੱਪੜ ਕੋਲ ਖਲੋ ਗਿਆ। ਸੁੰਡ ਵਿੱਚ ਕਿੰਨਾ ਸਾਰੀ ਉਸਨੇ ਪਾਣੀ ਭਰ ਲਿਆ। ਜਿਹੜਾ ਕੋਈ ਉਹਨੂੰ ਆਪਦੇ ਵੱਲ ਆਉਂਦਾ ਦਿਸੇ ਉਹ ਉਸ ਵੱਲ ਚਿੱਕੜ ਦੀ ਵਾਛੜ ਸੁੱਟ ਕੇ ਉਸਨੂੰ ਡਰਾ ਛੱਡਦਾ। ਹੋਰ ਕੁਝ ਨਹੀਂ ਸੀ ਆਂਦਾ ਤੇ ਆਪਣੇ ਹੀ ਰਾਹ ਵਿੱਚ ਦੌੜਿਆ ਜਾਂਦਾ। ਉਹਦੇ ਰਾਹ ਵਿੱਚ ਸਾਹਮਣਾ 400 ਗਜ ਦੀ ਵਿੱਥ 'ਤੇ ਮੋਟਰ ਖਲੋ ਗਈ। ਮਹਾਰਾਣੀ ਉੱਚੋਂ ਉਤਰੀ। ਕਪਤਾਨ ਨੇ ਮਹਾਰਾਣੀ ਨਾਲ ਜਾਣਾ ਚਾਹਿਆ। ਨਹੀਂ ਕਪਤਾਨ ਸਾਹਿਬ, ਤੁਸੀਂ ਆਪਣੀ ਇਹਤਿਆਤ ਵਰਤੋ। ਜੇ ਮੈਂ ਦੋਵੇਂ ਹੱਥ ਚੁੱਕ ਕੇ ਨਿਸ਼ਾਨਾ ਦਿਆਂ ਤਾਂ ਗੋਲੀ ਚਲਾਉਣ ਦੀ ਆਗਿਆ ਸਮਝ ਲੈਣਾ। ਇਸ ਤੋਂ ਪਹਿਲਾਂ ਕਿਸੇ ਸੂਰਤ ਵਿੱਚ ਫਾਇਰ ਨਾ ਕਰਨਾ। ਮੇਰਾ ਦਿਲ ਆਂਦਾ ਹੈ ਉਹ ਝੱਲਾ ਨਹੀਂ, ਉਹ ਮੈਨੂੰ ਪਛਾਣੇਗਾ। ਮੋਟਰ ਨੂੰ ਵੇਖ ਕੇ ਬੰਬ ਖੜੋ ਗਿਆ ਸੀ, ਪਰ ਤਣੀਆਂ ਬੰਦੂਕਾਂ ਵੇਖ ਕੇ ਉਸਨੇ ਹਮਲਾ ਕਰਨ ਦਾ ਇਰਾਦਾ ਕਰ ਲਿਆ ਤੇ ਉਹ ਮੋਟਰ ਦੀ ਸੇਧ ਦੌੜਿਆ। ਮਹਾਰਾਣੀ ਉਹਦੀ ਸੇਧ ਵਿੱਚ ਦੌੜ ਪਈ। ਕਪਤਾਨ ਨੇ ਘਬਰਾ ਕੇ ਸਿਪਾਹੀਆਂ ਨੂੰ ਬਿਲਕੁਲ ਤਿਆਰ ਰਹਿਣ ਲਈ ਆਖਿਆ। ਮਹਾਰਾਣੀ ਮੂੰਹ ਮੋੜ ਕੇ ਕੜਕੀ, ਹਰਗਿਜ਼ ਫਾਇਰ ਨਾ ਕਰਨਾ। ਮੇਰਾ ਇਸ਼ਾਰਾ ਉਡੀਕੋ। ਤੇ ਰਾਣੀ ਫੇਰ ਬੰਬ ਵੱਲ ਦੌੜ ਪਈ। 50 ਗਜ਼ ਦੀ ਵਿੱਥ ਰਹਿ ਗਈ ਸੀ। ਕਪਤਾਨ ਤੇ 50 ਗਜ਼ ਦੀ ਵਿੱਥ ਰਹਿ ਗਈ ਜਦੋਂ ਕਪਤਾਨ ਤੇ ਸਿਪਾਹੀ ਵੀ ਅਗਾਂਹ ਵੱਲ ਦੌੜ ਪਏ, ਪਰ ਬੰਬ ਬਹਾਦਰ ਇੱਕਦਮ ਖਲੋ ਗਿਆ। ਮਹਾਰਾਣੀ ਨੇ ਖਲੋ ਕੇ ਸਿਪਾਹੀਆਂ ਨੂੰ ਪਿਛਾਂਹ ਹੀ ਰਹਿਣ ਦਾ ਹੁਕਮ ਦਿੱਤਾ। ਆਪ ਉਹ ਕਦਮ ਤੁਰਦੀ ਬੰਬ ਕੋਲ ਪਹੁੰਚੀ। ਬੰਬ ਨੇ ਚੇਤਨ ਹੋ ਕੇ ਸਲਾਮੀ ਦਿੱਤੀ। ਮਹਾਰਾਣੀ ਨੇ ਹੱਥ ਜੋੜੇ, ਪਰ ਬੰਬ ਨੇ ਹੱਥ ਨੂੰ ਛੂਹਿਆ ਨਾ, ਜ਼ਿਕਰ ਉਹ ਸਦਾ ਛੂਹਿਆ ਕਰਦਾ ਸੀ। ਨਫ਼ਰਤ ਦੇ ਸਾੜੇ ਤੇ ਤੇਰੀ ਸੋਹਣੀ ਆਤਮਾ ਨੂੰ ਤਾਪ ਚੜ੍ਹਾ ਦਿੱਤਾ ਹੈ। ਮੈਂ ਜਾਣਦੀ ਹਾਂ, ਨਫ਼ਰਤ ਨੂੰ ਵੀ ਜਾਣਦੀ ਹਾਂ ਤੇ ਤੇਰੇ ਸਾੜੇ ਨੂੰ ਵੀ ਸਿਆਣਦੀ ਹਾਂ, ਪਛਾਣਦੀ ਹਾਂ। ਬੰਬ ਨੇ ਇੱਕ ਚੱਕਰ ਹੋਰ ਉਹਦੇ ਪੈਰਾਂ ਦੁਆਲੇ ਖਿੱਚਿਆ। ਮਹਾਰਾਣੀ ਨੇ ਬੰਬ ਦੀਆਂ ਅੱਖਾਂ ਵਿੱਚ ਤੱਕਿਆ। ਉਹਨੂੰ ਜਾਪਿਆ ਉਹ ਰੋ ਰਿਹਾ ਸੀ। ਤੂੰ ਕਿੱਥੇ ਜਾ ਰਿਹਾ ਹੈ? ਬੰਬ ਮਾਤਾ ਦੀਨ ਦੇ ਭਰਾ ਦੇ ਘਰ। ਉਸਨੂੰ ਵੀ ਤੈਨੂੰ ਦਿਖਾਇਆ ਸੀ। ਬੰਬ ਨੇ ਸੱਜਾ ਪੈਰ ਚੁੱਕ ਕੇ ਧਰਤੀ 'ਤੇ ਮਾਰਿਆ। ਮਹਾਰਾਣੀ ਨੇ ਵੇਖਿਆ ਉਸ ਪੈਰ ਉੱਤੇ ਲਹੂ ਦੀਆਂ ਛਿੱਟਾਂ ਸਨ। ਕੋਈ ਗੱਲ ਨਹੀਂ, ਬੰਬ ਦਿਲਾਂ ਵਿੱਚ ਈਰਖਾ ਦਾ ਲਾਗ ਲਾਉਣ ਵਾਲੇ ਮੌਤ ਨਾਲ ਖੇਡਦੇ ਨੇ। ਹੁਣ ਮੈਂ ਵੇਖਾਂਗੀ, ਤੈਨੂੰ ਕੋਈ ਨਹੀਂ ਦੁਖਾਏਗਾ। ਸਭ ਚੋਰ ਨੇ ਚੁਗਲੀਏ, ਮੈਂ ਤੈਥੋਂ ਦੂਰ ਹਟਾ ਦੇਵਾਂਗੀ। ਤੇਰੀ ਸੱਚੀ ਸੁੱਚੀ ਹੈਵਾਨੀਅਤ ਨੂੰ ਚੋਰ ਇਨਸਾਨੀਅਤ ਦੀਆਂ ਸਾਜ਼ਿਸ਼ਾਂ ਤੋਂ ਬਚਾ ਕੇ ਰੱਖਾਂਗੀ। ਬੰਬ ਅਹਿਲ ਖੜੋਤਾ ਰਿਹਾ। ਜੇ ਉਸ ਵੇਲੇ ਉਹਨੂੰ ਆਪਣੀ ਸੁੰਡ ਦਾ ਅਹਿਸਾਸ ਨਾ ਹੁੰਦਾ, ਭਾਵ ਉਹਦੀ ਮੈਲੀ ਸੁੰਡ ਦਾ ਅਹਿਸਾਸ ਨਾ ਹੁੰਦਾ, ਤਾਂ ਉਹਨੂੰ ਆਪਣੇ ਜਜ਼ਬੇ ਸਮਝਾ ਸਕਣ ਦੀ ਚੰਗੀ ਜਾਂਚ ਸੀ। ਉਹ ਮਹਾਰਾਣੀ ਨੂੰ ਚੁੱਕ ਕੇ ਆਪਣੇ ਸਿਰ 'ਤੇ ਬਿਠਾ ਲਿਆ ਕਰਦਾ ਸੀ। ਹੁਣ ਜਦੋਂ ਮਹਾਰਾਣੀ ਚੁੱਪ ਕਰ ਜਾਂਦੀ ਤਾਂ ਉਹਦੇ ਪੈਰਾਂ ਦੇ ਦੁਆਲੇ ਸੁੰਡ ਨਾਲ ਇੱਕ ਚੱਕਰ ਵਾਹ ਦਿੰਦਾ। ਉਹ ਚੰਗਾ ਬੰਬ, ਤੇਰੇ ਉਸ ਦੁੱਖ ਨੇ ਮੈਂ ਸਮਝ ਸਕਦੀ ਹਾਂ। ਇਸ ਦੁੱਖ ਨੇ ਤੇਰੇ ਪਿਆਰ ਨੂੰ ਠੋਕ ਠੋਕ ਕੇ ਬੇਤਰਸ ਬਣਾ ਦਿੱਤਾ। ਪਰ ਬੰਬ, ਤੂੰ ਮਾਤਾ ਦੀਨ ਤੇ ਬੱਚਿਆਂ ਦਾ ਘਰ ਨਹੀਂ ਸੀ ਢਾਹਣਾ। ਉਹ ਘਰ ਹੁਣ ਤੈਨੂੰ ਬਣਾ ਕੇ ਦੇਣਾ ਪਵੇਗਾ। ਬੰਬ ਨੇ 2 ਹੋਰ ਚੱਕਰ ਮਹਾਰਾਣੀ ਦੇ ਪੈਰਾਂ ਦੁਆਲੇ ਖਿੱਚ ਦਿੱਤੇ। ਮੈਨੂੰ ਉਮੀਦ ਹੀ ਸੀ, ਪੂਰੀ ਉਮੀਦ ਸੀ ਕਿ ਤੈਨੂੰ ਸੱਚਾ ਪਛਤਾਵਾ ਹੈ। ਤੂੰ ਬੱਚਿਆਂ ਦਾ ਘਰ ਢਾਹ ਕੇ ਖੁਸ਼ ਨਹੀਂ, ਤੂੰ ਘਰ ਬਣਾ ਕੇ ਮੈਨੂੰ ਖੁਸ਼ ਕਰੇਂਗਾ। ਇਸ ਤਰ੍ਹਾਂ ਹੀ ਉਹਦੀ ਕੋਠੜੀ ਮੈਂ ਤੇਰੇ ਵੱਲ ਆਪਣੇ ਖਰਚ 'ਤੇ ਹੁਣੇ ਬਣਾ ਦਿਆਂਗੀ। ਪਰ ਜਿੰਨਾ ਚਿਰ ਉਹਦੀ ਕੀਮਤ ਪੂਰੀ ਨਹੀਂ ਦਿੱਤੀ ਜਾਂਦੀ, ਤੈਨੂੰ ਅੱਧੇ ਰਾਤਬ ਉੱਤੇ ਰਹਿਣਾ ਪਵੇਗਾ। ਦੱਸ, ਤੂੰ ਮਨਜ਼ੂਰ ਕਰਦਾ ਹੈ?
ਪਤਾ ਨਹੀਂ ਉਹ ਮਹਾਰਾਣੀ ਦੀ ਗੱਲ ਸਮਝਦਾ ਸੀ। ਜ਼ਿਕਰ ਕਈਆਂ ਹਾਥੀਆਂ ਬਾਰੇ ਕਹਾਣੀਆਂ ਮਸ਼ਹੂਰ ਸਨ, ਜਾਂ ਇਹ ਮੋਟਾ ਜਿਹਾ ਅਹਿਸਾਸ ਉਹਦੇ ਦਿਲ ਵਿੱਚ ਸੀ ਕਿ ਮਹਾਰਾਣੀ ਉਹਦੀ ਮਿੱਤਰ ਹੋ ਗਈ ਹੈ। ਜੋ ਆਖੇਗੀ ਉਹਦੇ ਹਿੱਤ ਵਿੱਚ ਆਖੇਗੀ, ਜੇ ਸਜ਼ਾ ਵੀ ਦੇਵੇਗੀ ਤਾਂ ਹਿੱਤ ਵਿੱਚ ਦੇਵੇਗੀ। ਚੱਕਰ ਖਿੱਚਣਾ ਹੀ ਉਹਦੀ ਕੋਮਲ ਬੋਲੀ ਸੀ। ਕਈ ਚੱਕਰ ਉਸ ਖਿੱਚ ਦਿੱਤੇ। ਉਹ ਮੇਰੇ ਸੋਹਣੇ ਦਿਲ। ਮਹਾਰਾਣੀ ਨੇ ਵੇਖਿਆ ਕਿ ਸੁੰਡ ਦੁਆਲਿਓਂ ਚਿੱਕੜ ਸੁੱਕ ਗਿਆ ਹੈ। ਮਹਾਰਾਣੀ ਨੇ ਹੱਥ ਵਧਾ ਕੇ ਸੁੰਡ ਫੜ ਲਈ। ਅੱਗੋਂ ਬੰਮ ਆਪਣੀ ਸੁੰਡ ਨਾਲ ਮਹਾਰਾਣੀ ਨੂੰ ਆਪਣਾ ਪਿਆਰ ਦੱਸਦਾ। ਹੁਣ ਉਸਨੂੰ ਜਾਪਿਆ ਕਿ ਮਹਾਰਾਣੀ ਉਹਨੂੰ ਆਪਣਾ ਪਿਆਰ ਦੱਸ ਰਹੀ ਸੀ। ਉਹਦੇ ਵਿਸ਼ਾਲ ਸਰੀਰ ਵਿੱਚ ਕਿਤੇ ਕੋਈ ਹਿੱਲ ਜੁਲ ਨਾ ਰਹੀ, ਜਿਵੇਂ ਕਿਸੇ ਅੱਧ ਸੁੱਤੇ ਨੂੰ ਅਤੀ ਮਿੱਠਾ ਸੁਪਨਾ ਆ ਰਿਹਾ ਸੀ। ਉਹ ਡਰਦਾ ਸੀ। ਮਤੇ ਹਿੱਲਿਆਂ ਉਹ ਸੁਰਗ ਅਲੋਪ ਹੋ ਗਏ। ਅੱਗੇ ਅੱਗੇ ਮਹਾਰਾਣੀ ਤੇ ਪਿੱਛੇ ਪਿੱਛੇ ਬੰਮ, ਉਹਦੇ ਪਿੱਛੇ ਪੁਲਿਸ ਤੇ ਰਿਸਾਲਾ। ਪ੍ਰੇਮ ਦਾ ਇਹ ਅਨੋਖਾ ਜਲੂਸ, ਜਿਸ ਵਿੱਚ ਫੁੱਲ ਤੀਰਾਂ ਦੀ ਥਾਂ ਬੰਦੂਕ ਸੰਗੀਨਾਂ ਖਿੱਚੀਆਂ ਹੋਈਆਂ ਸਨ, ਹਾਥੀਖਾਨੇ ਪਹੁੰਚਾ। ਦੂਜੇ ਦਿਨ ਹਾਥੀਖਾਨੇ ਦਾ ਸਾਰਾ ਪ੍ਰਬੰਧ ਬਦਲਿਆ ਹੋਇਆ ਸੀ। ਸਾਰੇ ਜਾਨਵਰਾਂ ਦਾ ਰੱਥ ਪੂਰਾ ਤੁਲਿਆ, ਸਿਵਾਏ ਬੰਮ ਦੇ ਬਹਾਦਰ ਜਾਨਵਰਾਂ ਦੇ ਮੁਲਾਜ਼ਮਾਂ ਵਿੱਚ ਨਵਾਂ ਰਿਸ਼ਤਾ ਪ੍ਰਤੱਖ ਸੀ। ਬੰਮ ਹਾਥੀਖਾਨੇ ਦਾ ਰਾਣਾ ਦਿਸਦਾ ਸੀ। ਨਵੇਂ ਮੌਤ ਦਾ ਦਿਲ ਦੁਖਦਾ ਸੀ ਜਦੋਂ ਉਹ ਉਸਨੂੰ ਅੱਧੀ ਰਤਬ ਦਿੰਦਾ ਸੀ। ਉਸ ਮਹਾਰਾਣੀ ਅੱਗੇ ਸਿਫਾਰਿਸ਼ ਕੀਤੀ। ਮਹਾਰਾਣੀ ਦੇ ਰੁਝੇਵੇਂ ਵੀ ਵੱਧ ਜਾਣ ਕਰਕੇ ਉਹ ਹੁਣ ਉਸ ਮਸਾਂ ਇੱਕ ਹਫ਼ਤੇ ਵਿੱਚ ਇੱਕ ਦਿਨ ਆਉਂਦੀ। ਅਗਲੀ ਮੁਲਾਕਾਤ 'ਤੇ ਚੰਗੀ ਤਰ੍ਹਾਂ ਬੰਮ ਨੂੰ ਵੇਖ ਕੇ ਉਹਦੀ ਸੁੰਡ ਨੂੰ ਪ੍ਰਸ਼ੰਸਾ ਨਾਲ ਥਪਥਪਾ ਕੇ ਉਸਨੇ ਆਖਿਆ, ਪਰ ਮੇਰਾ ਬੰਮ ਅੱਧੇ ਰਤਬ ਉੱਤੇ ਵੀ ਅੱਗੇ ਨਾਲੋਂ ਖੁਸ਼ ਤੇ ਤਕੜਾ ਹੈ। ਇਹ ਆਪਣੇ ਕਸੂਰ ਦੀ ਪੂਰੀ ਕੀਮਤ ਦੇ ਕੇ ਹੀ ਆਪਣਾ ਜਿਉਣਾ ਸਫਲ ਸਮਝੇਗਾ। ਬੰਮ ਨੇ ਆਪਣੀ ਮਹਾਰਾਣੀ ਨੂੰ ਕਮਰ ਤੋਂ ਚੁੱਕ ਕੇ ਆਪਣੇ ਸਿਰ 'ਤੇ ਧਰ ਲਿਆ, ਸੰਗਲ ਖੋਲ੍ਹ ਦਿੱਤਾ ਤੇ ਹਾਥੀਖਾਨੇ ਦਾ ਰਾਣਾ ਮਹਾਰਾਣੀ ਦੇ ਰਾਣੀ ਨੂੰ ਆਪਣੀ ਸਲਤਨਤ ਦਾ ਚੱਕਰ ਲਵਾ ਰਿਹਾ ਸੀ। ਭਾਵ ਕਿ ਉਸਨੂੰ ਆਪਣੀ ਕੁੱਛੜ ਵਿੱਚ ਚੁੱਕ ਕੇ ਉਹ ਉਸਨੂੰ ਉਸਦੀ ਸਲਤਨਤ ਦਾ ਚੱਕਰ ਲਵਾ ਰਿਹਾ ਸੀ। ਸੋ ਬੱਚੇ, ਇਹ ਸੀ ਪਾਠ ਆਪਣਾ ਬੰਮ ਬਹਾਦਰ, ਜਿਸ ਤੋਂ ਸਾਨੂੰ ਇੱਕ ਹਾਥੀ ਦੀਆਂ ਹਰਕਤਾਂ, ਉਸਦੇ ਸੁਭਾਅ ਦੇ ਬਾਰੇ ਪਤਾ ਚੱਲਦਾ ਹੈ। ਤੁਸੀਂ ਵੀ ਬੱਚੇ ਇਸ ਪਾਠ ਨੂੰ ਪੜ੍ਹਨਾ ਹੈ ਅਤੇ ਧਿਆਨ ਨਾਲ ਸਮਝਣਾ ਹੈ। ਸੋ ਥੈਂਕ ਯੂ ਸੋ ਮਚ ਬੱਚੇ। ਹੈਵ ਅ ਗ੍ਰੇਟ ਡੇ।